ਅਸੀਂ ਗ੍ਰਾਮਰ ਪੋਰਸ਼ਨ ਦਾ ਚੇਂਜ ਆਫ ਵਾਇਸ ਜਿਹਨੂੰ ਕਿ ਪੰਜਾਬੀ ਦੇ ਵਿੱਚ ਵਾਚ ਬਦਲਣਾ ਕਹਿੰਦੇ ਆ। ਪੰਜਾਬੀ ਗ੍ਰਾਮਰ 'ਚ ਤੁਸੀਂ ਕਰਤਰੀ ਵਾਚ ਤੇ ਕਰਮਣੀ ਵਾਚ ਇਹ ਦੋ ਚੀਜ਼ਾਂ ਸੁਣੀਆਂ ਹੋਣਗੀਆਂ। ਅੱਜ ਅਸੀਂ ਇੰਗਲਿਸ਼ ਦੇ ਵਿੱਚ ਚੇਂਜ ਆਫ ਵਾਇਸ ਹੈ ਜਿਹੜੀ ਉਹ ਕਰਨ ਜਾ ਰਹੇ ਹਾਂ। 10th ਕਲਾਸ ਤੱਕ ਤੁਸੀਂ ਇਹ ਮਤਲਬ ਟੌਪਿਕ ਹੈ ਕਈ ਵਾਰੀ ਜਿਹੜਾ ਉਹ ਰਿਪੀਟ ਕੀਤਾ ਹੋਇਆ, ਤਾਂ ਅੱਜ ਅਸੀਂ ਸ਼ੁਰੂ ਤੋਂ ਇਹ ਜਿਹੜਾ ਟੌਪਿਕ ਹੈ ਚੱਲਾਂਗੇ। ਟ੍ਰਾਂਸਲੇਸ਼ਨ ਕਰਦੇ ਵਕਤ ਅਸੀਂ ਇਹ ਪੜ੍ਹਿਆ ਸੀ ਕਿ ਅੰਗਰੇਜ਼ੀ ਭਾਸ਼ਾ ਦੀ ਜਿਹੜੀ ਵਾਕ ਬਣਤਰ ਹੈ ਉਹਦੇ ਵਿੱਚ ਸਬਜੈਕਟ, ਫਿਰ ਵਰਬ ਤੇ ਫਿਰ ਆਬਜੈਕਟ ਆਉਂਦਾ, ਜਿਹਨੂੰ ਅਸੀਂ SVO ਅਰੇਂਜਮੈਂਟ ਕਹਿੰਦੇ ਆ। ਅੰਗਰੇਜ਼ੀ ਭਾਸ਼ਾ ਦੀ ਜਿਹੜੀ ਵਾਕਾਂ ਦੀ ਬਣਤਰ SVO ਹੁੰਦੀ ਹੈ। ਇਸ ਵਾਕ ਬਣਤਰ ਨੂੰ ਅਸੀਂ ਐਕਟਿਵ ਵਾਇਸ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਕਰਤਾ ਜਿਹੜਾ ਉਹ ਸ਼ੁਰੂ ਤੇ ਹੈ, ਸਬਜੈਕਟ ਕੰਮ ਕਰਨ ਵਾਲਾ ਸ਼ੁਰੂ ਦੇ ਉੱਪਰ ਹੈ। ਪੰਜਾਬੀ ਦੇ ਵਿੱਚ ਅਸੀਂ ਇਸ ਨੂੰ ਕਰਤਰੀਵਾਚ ਤੇ ਅੰਗਰੇਜ਼ੀ 'ਚ ਇਹਨੂੰ ਅਸੀਂ ਐਕਟਿਵ ਵਾਇਸ ਕਹਿੰਦੇ ਆ। ਇਸ ਤਰ੍ਹਾਂ ਦੇ ਵਾਕਾਂ ਨੂੰ ਕਰਤਰੀਵਾਚ ਜਾਂ ਐਕਟਿਵ ਵਾਇਸ ਤਾਂ ਕਹਿੰਦੇ ਆ ਕਿਉਂਕਿ ਇਹਨਾਂ ਦੇ ਵਿੱਚ ਕਰਤਾ ਪ੍ਰਧਾਨ ਹੁੰਦਾ। ਜਦੋਂ ਅਸੀਂ ਕਿਸੇ ਵਾਕ ਦੇ ਵਿੱਚ ਕਰਮ ਨੂੰ ਪ੍ਰਧਾਨ ਕਰ ਦਿੰਦੇ ਆ ਤਾਂ ਉਸ ਵਾਕ ਨੂੰ ਕਰਮਣੀ ਵਾਚ ਜਾਂ ਪੈਸਿਵ ਵਾਇਸ ਕਹਿੰਦੇ ਆ। ਇਸ ਵਾਕ ਬਣਤਰ ਨੂੰ ਅਸੀਂ ਆਬਜੈਕਟ ਜਮਾ ਵਰਬ ਜਮਾ ਸਬਜੈਕਟ ਹੈ, ਇਹ ਵਾਕ ਬਣਤਰ ਹੈ ਜਿਹੜੀ ਅੰਗਰੇਜ਼ੀ ਦੇ ਵਿੱਚ ਕਹੀਦਾ। ਐਕਟਿਵ ਪੈਸਿਵ ਵਾਇਸ ਦੇ ਜਿਹੜੇ ਕੁਝ ਸਾਂਝੇ ਤੇ ਮੁੱਢਲੇ ਨਿਯਮ ਨੇ ਜਿਹੜੇ ਕਿ ਹਰੇਕ ਵਾਕ ਦੇ ਵਿੱਚ ਤਕਰੀਬਨ ਲਾਗੂ ਹੁੰਦੇ ਨੇ। ਉਹਨਾਂ 'ਚੋਂ ਪਹਿਲਾ ਵਾਕ ਇਹ ਹੈ ਕਿ ਅਸੀਂ ਸਬਜੈਕਟ ਦੀ ਜਿਹੜੀ ਪੋਜੀਸ਼ਨ ਹੈ ਉਹਨੂੰ ਆਬਜੈਕਟ ਦੇ ਨਾਲ ਬਦਲ ਦੇਣਾ ਹੈ ਤੇ ਆਬਜੈਕਟ ਦੀ ਪੋਜੀਸ਼ਨ ਹੈ ਜਿਹੜੀ ਉਹਨੂੰ ਸਬਜੈਕਟ ਦੇ ਨਾਲ ਬਦਲ ਦੇਣਾ ਹੈ। ਪੈਸਿਵ ਵਾਇਸ ਵਾਕ ਜਿੰਨੇ ਵੀ ਹੋਣਗੇ ਉਹਨਾਂ ਦੇ ਵਿੱਚ ਹਮੇਸ਼ਾ ਕਿਰਿਆ ਦੀ ਤੀਜੀ ਫਾਰਮ V3 ਦੀ ਵਰਤੋਂ ਕੀਤੀ ਜਾਣੀ ਹੈ। ਤੇ ਪੈਸਿਵ ਵਾਇਸ ਜਦੋਂ ਅਸੀਂ ਵਾਕ ਦੀ ਬਣਾਉਣੀ ਹੈ ਤਾਂ ਉਹਦੇ ਵਿੱਚ ਕਿਰਿਆ ਦੀ ਤੀਜੀ ਫਾਰਮ ਦੇ ਨਾਲ ਬਾਏ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਕਿਸ ਦੇ ਦੁਆਰਾ ਇਹ ਕੰਮ ਕੀਤਾ ਗਿਆ। ਬਾਏ ਤਾਂ ਯੂਜ਼ ਕੀਤਾ ਜਾਂਦਾ। ਇਸੇ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਪੈਸਿਵ ਵਾਇਸ ਜਿਹੜਾ ਵਾਕ ਹੈ ਉਹ ਵਾਕਾਂ ਦੀ ਜਿਹੜੀ ਬਣਤਰ ਆਬਜੈਕਟ ਜਮਾ ਕਿਰਿਆ ਦੀ ਤੀਜੀ ਫਾਰਮ ਜਮਾ ਬਾਏ ਜਮਾ ਸਬਜੈਕਟ ਜਿਹੜੀ ਮੁੱਢਲੀ ਬਣਤਰ ਹੈ ਉਹ ਹਰੇਕ ਪੈਸਿਵ ਵਾਇਸ ਦੀ ਜਿਹੜੀ ਉਹ ਹੋਏਗੀ। ਵਾਚ ਜਦੋਂ ਅਸੀਂ ਬਦਲਦੇ ਹਾਂ ਤਾਂ ਉਹਨਾਂ ਦੇ ਵਿੱਚ ਪ੍ਰੋਨਾਊਨ ਹੈ ਜਿਹੜੀ ਉਹ ਜਦੋਂ ਆਪਦੀ ਜਗ੍ਹਾ ਬਦਲਦੇ ਨੇ, ਸਬਜੈਕਟ ਦੀ ਥਾਂ ਤੇ ਆਬਜੈਕਟ 'ਚ ਜਾਂਦੇ ਨੇ ਜਾਂ ਆਬਜੈਕਟ ਤੋਂ ਸਬਜੈਕਟ 'ਚ ਜਾਂਦੇ ਨੇ, ਤਾਂ ਉਹ ਆਪਣੀ ਜਿਹੜੀ ਆਪਦਾ ਰੂਪ ਹੈ ਜਿਹੜਾ ਉਹ ਵੀ ਬਦਲ ਲੈਂਦੇ ਨੇ। ਇਹਨਾਂ ਦੇ ਵਿੱਚ ਜਿਹੜਾ ਫਸਟ ਪਰਸਨ ਹੈ ਆਈ ਤੇ ਵੁਈ, ਆਈ ਜਿਹੜਾ ਉਹ ਮੀ ਦੇ ਵਿੱਚ ਚੇਂਜ ਹੋ ਜਾਂਦਾ ਹੈ, ਵੁਈ ਜਿਹੜਾ ਉਹ ਅਸ ਦੇ ਵਿੱਚ ਚੇਂਜ ਹੋ ਜਾਂਦਾ ਹੈ, ਯੂ ਜਿਹੜਾ ਉਹ ਯੂ ਦੇ ਵਿੱਚ ਹੀ ਚੇਂਜ ਰਹਿੰਦਾ, ਉਹ ਬਦਲਦਾ ਨਹੀਂ ਹੈ। ਹੀ ਹਿਮ ਦੇ ਵਿੱਚ ਚੇਂਜ ਹੋ ਜਾਂਦਾ ਹੈ, ਸ਼ੀ ਹਰ ਦੇ ਵਿੱਚ ਚੇਂਜ ਹੋ ਜਾਂਦਾ ਹੈ, ਦੇ ਦੈਮ ਦੇ ਵਿੱਚ ਚੇਂਜ ਹੋ ਜਾਂਦਾ ਹੈ। ਇਟ ਜਾਂ ਰਾਮ ਜਾਂ ਕੋਈ ਵੀ ਨਾਂ ਜਿਹੜਾ ਉਹ ਆਪਦਾ ਉਹ ਰੂਪ ਹੈ ਜਿਹੜਾ ਉਹਨੂੰ ਆਪਦੇ ਨੂੰ ਰੂਪ ਨੂੰ ਸਾਂਭ ਕੇ ਰੱਖਦਾ। ਹੁਣ ਅਸੀਂ ਜਿਹੜੀ ਗੱਲ ਕਰਾਂਗੇ ਟੈਂਸ ਦੇ ਅਕੋਰਡਿੰਗ, ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਟੈਂਸ ਹੁੰਦਾ ਪ੍ਰੈਜ਼ੈਂਟ ਇਨਡੈਫੀਨੇਟ, ਤਾਂ ਉਹਨਾਂ ਵਾਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਿਰਿਆ ਦੀ ਪਹਿਲੀ ਫਾਰਮ ਜਾਂ ਕਿਰਿਆ ਦੀ ਪਹਿਲੀ ਫਾਰਮ ਨਾਲ SES ਲੱਗਾ ਹੁੰਦਾ ਹੈ, ਜਾਂ ਅਸੀਂ ਕਹੀਏ ਕਿ ਜਿਹੜੀ ਵਾਕ ਬਣਤਰ ਸਬਜੈਕਟ ਕਿਰਿਆ ਦੀ ਪਹਿਲੀ ਫਾਰਮ ਨਾਲ SES ਜਾਂ ਆਬਜੈਕਟ ਹੁੰਦੀ ਹੈ, ਤਾਂ ਉਹਨਾਂ ਦੇ ਜਦੋਂ ਪੈਸਿਵ ਵਾਇਸ ਅਸੀਂ ਬਣਾਉਣੇ ਆ ਤਾਂ ਉਹਨਾਂ ਦੇ ਵਿੱਚ ਵਾਕ ਬਣਤਰ ਆਬਜੈਕਟ ਜਿਹੜਾ ਸ਼ੁਰੂ ਤੇ ਆ ਜਾਣਾ ਸਬਜੈਕਟ ਦੀ ਥਾਂ ਤੇ, ਤੇ ਜਿਹੜਾ ਸਬਜੈਕਟ ਹੈ ਉਹ ਅਖੀਰ ਤੇ ਉਹਦੀ ਥਾਂ ਤੇ ਆਬਜੈਕਟ ਦੀ ਥਾਂ ਤੇ ਅਖੀਰ ਤੇ ਚਲੇ ਜਾਣਾ ਆਬਜੈਕਟ। ਉਸ ਤੋਂ ਬਾਅਦ ਇਜ਼ ਐਮ ਆਰ ਅਕੋਰਡਿੰਗ ਟੂ ਲੱਗਣਾ ਸਾਡਾ ਜਿਹੜਾ ਸਾਡੀ ਪਰਸਨ ਹੈ, ਫਸਟ ਪਰਸਨ ਸੈਕਿੰਡ ਪਰਸਨ ਥਰਡ ਪਰਸਨ ਦੇ ਵਿੱਚ ਅਸੀਂ ਦੇਖਣਾ ਹੈ ਕਿ ਜੇ ਆਈ ਹੈ ਤਾਂ ਆਈ ਦੇ ਨਾਲ ਐਮ ਹੀ ਲੱਗਣਾ, ਇਜ਼ ਜਾਂ ਆਰ ਨਹੀਂ ਲੱਗ ਸਕਦਾ। ਇਜ਼ ਹੈ ਜਿਹੜਾ ਉਹ ਹੀ ਸ਼ੀ ਇਟ ਰਾਮ ਉਹਨਾਂ ਦੇ ਨਾਲ ਇਜ਼ ਲੱਗੇਗਾ। ਆਰ ਹੈ ਜਿਹੜਾ ਉਹ ਹਮੇਸ਼ਾ ਬਹੁਵਚਨ ਦੇ ਨਾਲ ਲੱਗਣਾ, ਨਾਲ ਉਹਨਾਂ ਦੇ ਕਿਰਿਆ ਦੀ ਤੀਜੀ ਫਾਰਮ, ਉਸ ਤੋਂ ਬਾਅਦ ਬਾਏ ਤੇ ਉਸ ਤੋਂ ਬਾਅਦ ਐਂਡ ਦੇ ਉੱਤੇ ਸਬਜੈਕਟ ਹੈ। ਜਿਵੇਂ ਸਾਡਾ ਐਕਟਿਵ ਵਾਇਸ ਪਹਿਲਾ ਵਾਕ ਹੈ ਅਰਜੁਨ ਸੀਜ਼ ਏ ਡੀਅਰ, ਤਾਂ ਇਹਦੀ ਪੈਸਿਵ ਵਾਇਸ ਜਿਹੜਾ ਏ ਡੀਅਰ ਹੈ ਉਹ ਸ਼ੁਰੂ ਤੇ ਆ ਜਾਏਗਾ ਤੇ ਅਰਜੁਨ ਹੈ ਜਿਹੜਾ ਅਖੀਰ ਤੇ ਚੱਲ ਜਾਏਗਾ। ਏ ਡੀਅਰ ਇਜ਼ ਲੱਗਣਾ ਹੈ ਕਿਉਂਕਿ ਆਪਾਂ ਕਿਹਾ ਸੀ ਕਿਉਂਕਿ ਇਜ਼ ਐਮ ਆਰ ਦੇ ਵਿੱਚੋਂ ਇਜ਼ ਹੀ ਲੱਗੇਗਾ ਡੀਅਰ ਦੇ ਨਾਲ। ਏ ਡੀਅਰ ਇਜ਼ ਕਿਰਿਆ ਦੀ ਤੀਜੀ ਫਾਰਮ ਸੀ ਦੀ, ਸੀ ਸਾ ਸੀਨ ਬਾਏ ਅਰਜੁਨ, A deer is seen by Arjun। ਐਕਟਿਵ ਵਾਇਸ ਦਾ ਜਿਹੜਾ ਦੂਸਰਾ ਵਾਕ ਹੈ I do not like kites, ਤਾਂ ਇਹਨਾਂ ਦੇ ਵਿੱਚ I ਜਿਹੜਾ ਸਾਡਾ ਸਬਜੈਕਟ ਹੈ, like ਹੈ ਜਿਹੜਾ ਸਾਡੀ ਕਿਰਿਆ ਹੈ, kites ਜਿਹੜਾ ਸਾਡਾ ਆਬਜੈਕਟ ਹੈ, do not ਹੈ ਜਿਹੜਾ ਇਹ ਸਾਡੀ ਸਹਾਇਕ ਕਿਰਿਆ। ਤਾਂ kites ਹੈ ਜਿਹੜਾ ਉਹ ਸ਼ੁਰੂ ਦੇ ਉੱਪਰ ਆ ਜਾਣਾ, ਆਬਜੈਕਟ ਹੈ ਜਿਹੜਾ kites। ਇਹਨਾਂ ਦੇ ਨਾਲ kites ਬਹੁਵਚਨ ਹੈ, ਇਹਦੇ ਨਾਲ is m ਤੇ r ਦੇ ਵਿੱਚੋਂ r ਲੱਗੇਗਾ। ਨੋਟ ਹੈ ਜਿਹੜਾ ਵਾਕ ਦੇ ਵਿੱਚ ਆਲਰੇਡੀ ਲੱਗਾ ਹੋਇਆ ਉਵੇਂ ਦਾ ਉਵੇਂ ਯੂਜ਼ ਹੋ ਜਾਣਾ ਹੈ। ਲਾਈਕ ਕਿਰਿਆ ਦੀ ਤੀਜੀ ਫਾਰਮ ਲਾਈਕਡ ਲੱਗੇਗੀ। ਬਾਏ ਆਪਾਂ ਕਿਹਾ ਸੀ ਆਪਣੇ ਕੋਲੋਂ ਲਗਾਉਣਾ ਹੈ
ਤੇ ਸਬਜੈਕਟ ਹੈ ਜਿਹੜਾ ਆਈ ਨੇ ਚੇਂਜ ਹੋ ਕੇ ਟਰਾਂਸਫਾਰਮ ਹੋ ਕੇ ਮੀ ਦੇ ਵਿੱਚ ਇੱਥੇ ਪੋਜੀਸ਼ਨ ਹੈ ਜਿਹੜੀ ਲੈ ਲੈਣੀ ਹੈ। ਕਾਈਟਸ ਆਰ ਨਾਟ ਲਾਈਕਡ ਬਾਈ ਮੀ। ਅਗਲਾ ਵਾਕ ਹੈ ਜਿਹੜਾ ਸਾਡਾ ਡੂ ਯੂ ਟੇਕ ਟੀ। ਤਾਂ ਇਹ ਪ੍ਰਸ਼ਨ ਸੂਚਕ ਵਾਕ ਹੈ। ਇਹਨਾਂ ਦੇ ਵਿੱਚ ਡੂ ਜਿਹੜੀ ਸਹਾਇਕ ਕਿਰਿਆ ਹੈ, ਯੂ ਜਿਹੜਾ ਸਾਡਾ ਸਬਜੈਕਟ ਹੈ, ਟੇਕ ਕਿਰਿਆ ਹੈ ਤੇ ਟੀ ਜਿਹੜਾ ਸਾਡਾ ਆਬਜੈਕਟ ਹੈ। ਹੁਣ ਟੀ ਜਿਹੜਾ ਆਬਜੈਕਟ ਹੈ ਇਹਨੇ ਫਰੰਟ ਤੇ ਆਉਣਾ, ਸ਼ੁਰੂ ਤੇ ਆਉਣਾ ਸਬਜੈਕਟ ਦੀ ਥਾਂ ਤੇ ਯੂ ਨੇ ਅਖੀਰ ਤੇ ਚਲੇ ਜਾਣਾ ਆਬਜੈਕਟ ਦੀ ਥਾਂ ਤੇ। ਟੀ ਜਿਹੜੀ ਹੈ ਉਹਦੇ ਨਾਲ ਇਜ਼ ਐਮ ਆਰ ਦੇ ਵਿੱਚੋਂ ਕੀ ਲੱਗਣਾ ਚਾਹੀਦਾ ਹੈ, ਕਿਉਂਕਿ ਇੱਕ ਵਚਨ ਹੈ ਇਹਦੇ ਨਾਲ ਇਜ਼ ਲੱਗਣਾ ਚਾਹੀਦਾ ਹੈ। ਤਾਂ ਟੀ ਦੇ ਨਾਲ ਇਜ਼ ਲੱਗਿਆ, ਪਰ ਕਿਉਂਕਿ ਇਹ ਪ੍ਰਸ਼ਨ ਸੂਚਕ ਵਾਕ ਹੈ ਸਹਾਇਕ ਕਿਰਿਆ ਵਾਕ ਦੇ ਸ਼ੁਰੂ ਤੇ ਚਲੀ ਜਾਂਦੀ ਹੈ। ਇਜ਼ ਟੀ ਕਿਰਿਆ ਦੀ ਤੀਜੀ ਫਾਰਮ ਟੇਕ ਦੀ ਟੇਕਨ, ਬਾਏ ਲੱਗਣਾ ਹੀ ਲੱਗਣਾ ਹੈ ਤੇ ਯੂ ਐਂਡ ਦੇ ਉੱਪਰ ਆ ਗਿਆ ਤੇ ਅਖੀਰ ਦੇ ਉੱਪਰ ਅਸੀਂ ਸਾਈਨ ਆਫ ਇੰਟਰੋਗੇਸ਼ਨ ਲਗਾ ਦੇਣਾ, ਇਜ਼ ਟੀ ਟੇਕਨ ਬਾਏ ਯੂ। ਅਗਲੀ ਜਿਹੜੀ ਸਾਡੀ ਟਾਈਪ ਹੈ ਉਹ ਹੁੰਦੀ ਹੈ ਸਾਡੇ ਕੋਲੇ ਇਹੋ ਜਿਹੇ ਵਾਕ ਜਿਨ੍ਹਾਂ ਦੇ ਵਿੱਚ ਕਿਰਿਆ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਲੱਗਦਾ ਹੈ, ਸਬਜੈਕਟ ਹੁੰਦਾ ਹੈ, ਕਿਰਿਆ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਤੋਂ ਪਹਿਲਾਂ ਇਜ਼ ਐਮ ਜਾਂ ਆਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਵਾਕ ਦੇ ਅਖੀਰ ਤੇ ਆਬਜੈਕਟ ਆਉਂਦਾ, ਜਿਹਨੂੰ ਕਿ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕਹਿ ਦਿੰਦੇ ਹਾਂ। ਇਸ ਟੈਂਸ ਦੇ ਜਿੰਨੇ ਵੀ ਵਾਕ ਹੋਣਗੇ ਉਹਨਾਂ ਦਾ ਪੈਸਿਵ ਵਾਇਸ ਬਣਾਉਣ ਦਾ ਜਿਹੜਾ ਰੂਲ ਹੈ ਉਹ ਇਹ ਹੋਏਗਾ ਕਿ ਆਬਜੈਕਟ ਤੇ ਸਬਜੈਕਟ ਨੇ ਆਪਣੀਆਂ ਜਗ੍ਹਾ ਜਿਹੜੀਆਂ ਚੇਂਜ ਕਰਨੀਆਂ ਨੇ। ਆਬਜੈਕਟ ਸ਼ੁਰੂ ਤੇ ਆ ਜਾਏਗਾ, ਸਬਜੈਕਟ ਐਂਡ ਤੇ ਚੱਲ ਜਾਏਗਾ। ਆਬਜੈਕਟ ਦੇ ਨਾਲ ਇਜ਼ ਐਮ ਜਾਂ ਆਰ ਲੱਗਣਾ ਹੀ ਲੱਗਣਾ ਹੈ ਕਿਉਂਕਿ ਪ੍ਰੈਜ਼ੈਂਟ ਟੈਂਸ ਹੈ ਤੇ ਆਈਐਨਜੀ ਜਿਹੜਾ ਕਿਰਿਆ ਦਾ ਉਹ ਬੀ ਦੇ ਨਾਲ ਲੱਗ ਕੇ ਬੀਇੰਗ ਬਣ ਜਾਣਾ ਤੇ ਕਿਰਿਆ ਦੀ ਤੀਜੀ ਫਾਰਮ ਬਾਏ ਤੇ ਸਬਜੈਕਟ ਅਖੀਰ ਤੇ ਆਪਾਂ ਮੁੱਢਲੇ ਨਿਯਮਾਂ ਦੇ ਵਿੱਚ ਪੜਿਆ ਹੋਇਆ। ਤਾਂ ਸਾਡੀ ਇਸ ਵਾਕਾਂ ਦੀ ਬਣਤਰ ਜਿਹੜੀ ਅਸੀਂ ਪੈਸਿਵ ਵਾਇਸ ਬਣਾਵਾਂਗੇ ਉਹ ਹੋਏਗੀ ਆਬਜੈਕਟ ਜਮਾ ਇਜ਼ ਐਮ ਆਰ, ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਸਹਾਇਕ ਕਿਰਿਆ, ਜਮਾ ਬੀਇੰਗ, ਜਮਾ ਕਿਰਿਆ ਦੀ ਤੀਜੀ ਫਾਰਮ, ਜਮਾ ਬੀ ਵਾਈ ਬਾਏ ਐਂਡ ਅਖੀਰ ਦੇ ਉੱਤੇ ਸਬਜੈਕਟ। ਜਿਵੇਂ ਸਾਡੇ ਕੋਲੇ ਪਹਿਲਾ ਵਾਕ ਹੈ ਪਾਰਥ ਇਜ਼ ਪਲੇਇੰਗ ਏ ਵਾਇਲਨ। ਤਾਂ ਹੁਣ ਪਾਰਥ ਸਾਡਾ ਸਬਜੈਕਟ ਹੈ ਤੇ ਏ ਵਾਇਲਨ ਸਾਡਾ ਆਬਜੈਕਟ ਹੈ। ਏ ਵਾਇਲਨ ਵਾਕ ਦੇ ਸ਼ੁਰੂ ਦੇ ਉੱਪਰ ਆ ਜਾਏਗਾ, ਪਾਰਥ ਅਖੀਰ ਤੇ ਚੱਲ ਜਾਏਗਾ। ਏ ਵਾਇਲਨ, ਵਾਇਲਨ ਦੇ ਨਾਲ ਸਾਡੇ ਕੋਲੇ ਇਜ਼ ਐਮ ਆਰ ਦੇ ਵਿੱਚੋਂ ਕਿਉਂਕਿ ਇੱਕ ਵਚਨ ਹੈ ਇਜ਼ ਲੱਗਣਾ ਹੈ, ਬੀਇੰਗ ਲੱਗਣਾ ਹੈ, ਆਪਾਂ ਪੜਿਆ ਹੁਣੇ। ਕਿਰਿਆ ਦੀ ਤੀਜੀ ਫਾਰਮ ਪਲੇ ਦੀ ਤੀਜੀ ਫਾਰਮ ਪਲੇਡ, ਬੀ ਵਾਈ ਬਾਏ ਐਂਡ ਤੇ ਪਾਰਥ। ਏ ਵਾਇਲਨ ਇਜ਼ ਬੀਇੰਗ ਪਲੇਡ ਬਾਏ ਪਾਰਥ। ਅਗਲਾ ਵਾਕ he is not eating apples। he ਜਿਹੜਾ ਸਾਡਾ ਸਬਜੈਕਟ ਹੈ, ਐਪਲਸ ਸਾਡਾ ਜਿਹੜਾ ਆਬਜੈਕਟ ਹੈ। ਆਬਜੈਕਟ ਸ਼ੁਰੂ ਤੇ ਆਉਣਾ ਹੈ, ਸਬਜੈਕਟ ਅਖੀਰ ਤੇ ਆਉਣਾ। he ਨੇ ਆਪਦਾ ਰੂਪ ਬਦਲ ਲੈਣਾ ਹੈ। ਕਿਹਦੇ ਵਿੱਚ ਬਦਲੇਗਾ? he ਨੇ ਬਦਲਣਾ ਹੈ him ਦੇ ਵਿੱਚ। ਤਾਂ ਐਪਲਸ, ਐਪਲਸ ਬਹੁਵਚਨ ਹੈ, ਇਹਨਾਂ ਦੇ ਨਾਲ ਆਰ ਲੱਗੇਗਾ। ਐਪਲਸ ਆਰ ਨਾਟ ਵਾਕ ਦੇ ਵਿੱਚੋਂ ਉਵੇਂ ਥੱਲੇ ਲੈ ਆਉਣਾ ਹੈ। ਬੀਇੰਗ ਲੱਗਣਾ ਹੈ ਸਾਡੇ ਕੋਲੇ ਈਟ ਦੀ ਤੀਜੀ ਫਾਰਮ ਈਟਨ ਬਾਏ ਹਿਮ। ਐਪਲਸ ਆਰ ਨਾਟ ਬੀਇੰਗ ਈਟਨ ਬਾਏ him। are you taking tea? ਤਾਂ ਹੁਣ ਇਹ ਸਾਡਾ ਫਿਰ ਪ੍ਰਸ਼ਨ ਸੂਚਕ ਵਾਕ ਹੈ। ਤਾਂ ਪ੍ਰਸ਼ਨ ਸੂਚਕ ਵਾਕ ਹੋਣ ਦੇ ਨਾਲ ਉਹੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਯੂ ਸਾਡਾ ਇਹਦੇ ਵਿੱਚ ਸਬਜੈਕਟ ਹੈ ਤੇ ਟੀ ਸਾਡਾ ਆਬਜੈਕਟ ਹੈ। ਟੇਕਿੰਗ ਕਿਰਿਆ, ਆਰ ਹੈ ਜਿਹੜਾ ਉਹ ਸਹਾਇਕ ਕਿਰਿਆ। ਤਾਂ ਯੂ ਬਿਲਕੁਲ ਐਂਡ ਤੇ ਚਲੇ ਜਾਣਾ ਹੈ, ਬਾਈ ਯੂ ਲਿਖ ਕੇ ਅਸੀਂ ਐਂਡ ਤੇ ਸਾਈਨ ਆਫ ਇੰਟਰੋਗੇਸ਼ਨ ਲਾ ਦੇਣਾ ਹੈ। ਹੁਣ ਟੀ ਸਾਡਾ ਜਿਹੜਾ ਹੈ ਇਹ ਦੇਖਣਾ ਅਸੀਂ ਇੱਕ ਵਚਨ ਹੈ, ਇੱਕ ਵਚਨ ਹੈ ਤਾਂ ਇਸ ਕਰਕੇ ਇਹਦੇ ਨਾਲ ਇਜ਼ ਲੱਗੇਗਾ। ਇਜ਼ ਟੀ ਤੇ ਆਈਐਨਜੀ ਕਰਕੇ ਬੀਇੰਗ ਲੱਗਣਾ ਹੈ। ਕਿਰਿਆ ਦੀ ਤੀਜੀ ਫਾਰਮ ਟੇਕਨ ਬਾਏ ਯੂ, ਇਜ਼ ਟੀ ਬੀਇੰਗ ਟੇਕਨ ਬਾਏ ਯੂ। ਤਾਂ ਇਹਨਾਂ ਜਿਹੜੇ ਮੈਂ ਦੱਸ ਰਿਹਾ ਤੁਹਾਨੂੰ ਟਾਈਪਸ, ਇਹਨਾਂ ਦੇ ਵਿੱਚ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਇਹ ਜਿਹੜੀ ਮੈਂ ਚੀਜ਼ ਲਿਖੀ ਹੈ ਆਬਜੈਕਟ ਜਮਾ ਇਜ਼ ਐਮ ਆਰ ਜਮਾ ਬੀਇੰਗ ਜਮਾ ਕਿਰਿਆ ਦੀ ਤੀਜੀ ਫਾਰਮ ਜਮਾ ਬਾਏ ਜਮਾ ਸਬਜੈਕਟ, ਇਹ ਪੁਆਇੰਟ ਹੈ ਜਿਹੜਾ ਤੁਸੀਂ ਨੋਟ ਕਰਨਾ ਹੈ ਕਿ ਜੇ ਵਾਕ ਇਜ਼ ਐਮ ਆਰ ਤੇ ਕਿਰਿਆ ਦੀ ਪਹਿਲੀ ਫਾਰਮ ਨਾਲ ਆਈਐਨਜੀ ਵਾਲਾ ਤਾਂ ਉਹਦੇ ਜਿਹੜਾ ਪੈਸਿਵ ਵਾਇਸ ਹੈ ਉਹਦਾ ਫਾਰਮੂਲਾ ਇਹ ਹੈ ਸਾਡੇ ਕੋਲ। ਅਗਲੀ ਟਾਈਪ ਹੈ ਜਿਹੜੀ ਸਾਡੇ ਕੋਲੇ ਉਹ ਹੈਗੀ ਹੈ ਹੈਜ਼ ਹੈਵ ਤੇ ਹੈਜ਼ ਹੈਵ ਵਾਲੀ। ਤਾਂ ਇਹੋ ਜਿਹੇ ਵਾਕ ਜਿਨ੍ਹਾਂ ਦੇ ਵਿੱਚ ਹੈਜ਼ ਹੈਵ ਦੇ ਨਾਲ ਕਿਰਿਆ ਦੀ ਤੀਜੀ ਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਵਾਕਾਂ ਦਾ ਜਦੋਂ ਅਸੀਂ ਪੈਸਿਵ ਵਾਇਸ ਬਣਾਉਣੇ ਆ ਤਾਂ ਆਬਜੈਕਟ ਤੇ ਸਬਜੈਕਟ ਦੀ ਪੋਜੀਸ਼ਨ ਚੇਂਜ ਹੁੰਦੀ ਹੈ। ਆਬਜੈਕਟ ਦੇ ਨਾਲ ਹੈਜ਼ ਜਾਂ ਹੈਵ ਤੇ ਇਹਦੇ 'ਚ ਇੱਕ ਤੀਜੀ ਚੀਜ਼ ਹੈ ਜਿਹੜੀ ਉਹ ਲੱਗਣੀ ਹੈ ਸਾਡੇ ਕੋਲੇ ਬੀਨ। ਤੁਸੀਂ ਬੇਟਾ ਨਿੱਕੇ ਹੁੰਦੇ ਇੱਕ ਜਿਹੜੀ ਹੈ ਵਰਬ ਦੀ ਫਾਰਮ ਪੜ੍ਹੀ ਹੋਣੀ ਹੈ ਬੀ ਦੀ ਫਾਰਮ ਹੁੰਦੀ ਹੈ ਬੀ ਇਜ਼ ਐਮ ਆਰ ਲਈ ਵਰਤਿਆ ਜਾਂਦਾ ਹੈ। ਤਾਂ ਫਾਰਮ ਹੁੰਦੀ ਹੈ ਬੀ ਵਾਜ਼ ਬੀਨ। ਤਾਂ ਕਿਰਿਆ ਦੀ ਤੀਜੀ ਫਾਰਮ ਜਿਹੜੀ ਬੀਨ ਹੈ ਇਹ ਇਹਦੇ ਵਿੱਚ ਲੱਗਣੀ ਹੈ ਹੈਜ਼ ਹੈਵ ਦੇ ਨਾਲ ਤੇ ਨਾਲ ਜਿਹੜੀ ਕਿਰਿਆ ਵਾਕ ਦੇ ਵਿੱਚ ਹੋਏਗੀ ਉਹਦੀ ਤੀਜੀ ਫਾਰਮ ਲੱਗਣੀ ਹੈ ਬੀ ਵਾਈ ਬਾਏ ਲੱਗਣਾ ਤੇ ਐਂਡ ਦੇ ਉੱਤੇ ਸਬਜੈਕਟ। ਸਾਡੇ ਕੋਲੇ ਜਿਵੇਂ ਪਹਿਲਾ ਵਾਕ ਹੈ ਅਰਜੁਨ ਹੈਜ਼ ਸੀਨ ਏ ਡੀਅਰ। ਇਹ ਡੀਅਰ ਜਿਹੜਾ ਇਹ ਸਾਡਾ ਆਬਜੈਕਟ ਹੈ ਇਹ ਸ਼ੁਰੂ ਤੇ ਆ ਜਾਏਗਾ, ਅਰਜੁਨ ਹੈ ਜਿਹੜਾ ਐਂਡ ਤੇ ਚੱਲ ਜਾਏਗਾ। ਹੈਜ਼ ਲੱਗਾ ਹੋਇਆ, ਹੈਜ਼ ਤੇ ਨਾਲ ਬੀਨ ਲੱਗ ਜਾਣਾ, ਕਿਰਿਆ ਦੀ ਤੀਜੀ ਫਾਰਮ
ਸੀ ਸਾ ਸੀਨ ਉਹ ਵਾਕ ਦੇ ਵਿੱਚ ਸ਼ੁਰੂ ਤੇ ਦਿੱਤੀ ਹੋਈ ਹੈ, ਤੁਸੀਂ ਸਿਰਫ ਹੈਜ਼ ਤੇ ਸੀਨ ਦੇ ਵਿੱਚ ਕੱਲਾ ਬੀਨ ਐਡ ਕਰਨਾ ਹੈ। ਏ ਡੀਅਰ ਇੱਧਰ ਲੈ ਆਉਣਾ ਤੇ ਅਰਜੁਨ ਬਾਏ ਅਰਜੁਨ ਐਂਡ ਤੇ ਲੈ ਜਾਣਾ। ਏ ਡੀਅਰ ਹੈਜ਼ ਬੀਨ ਸੀਨ ਬਾਏ ਅਰਜੁਨ। ਕਲੀਅਰ ਹੋਇਆ ਕਿ ਨਹੀਂ ਬੇਟਾ? ਇਹਦੇ ਚ ਦੇਖੋ ਹੈਜ਼ ਵੀ ਦਿੱਤਾ ਹੈ, ਕਿਰਿਆ ਦੀ ਤੀਜੀ ਫਾਰਮ ਵੀ ਦਿੱਤੀ ਹੈ, ਅਸੀਂ ਕੁਝ ਨਹੀਂ ਕੀਤਾ, ਸਿਰਫ ਅਸੀਂ ਇੱਕ ਬੀਨ ਲਾਇਆ ਤੇ ਇੱਕ ਬਾਏ ਲਾਈ। ਸਬਜੈਕਟ ਜਿਹੜਾ ਐਂਡ ਤੇ ਆ ਗਿਆ ਉਹਦੇ ਮੂਹਰੇ ਬਾਏ ਲੱਗ ਗਿਆ। ਏ ਡੀਅਰ ਹੈਜ਼ ਬੀਨ ਸੀਨ ਬਾਏ ਅਰਜੁਨ। ਅਗਲਾ ਜਿਹੜਾ ਵਾਕ ਹੈ ਸਾਡਾ ਉਹ ਹੈ ਆਈ ਹੈਵ ਨਾਟ ਲਾਈਕਡ ਕਾਈਟਸ। ਤਾਂ ਕਾਈਟਸ ਸਾਡਾ ਜਿਹੜਾ ਆਬਜੈਕਟ ਆ ਉਹ ਸ਼ੁਰੂ ਤੇ ਆ ਗਿਆ। ਹੁਣ ਦੇ ਵਿੱਚ ਵੀ ਦੇਖੋ ਬੇਟਾ ਹੈਵ ਵੀ ਲੱਗਾ ਹੋਇਆ, ਤੀਜੀ ਫਾਰਮ ਵੀ ਲੱਗੀ ਹੋਈ ਹੈ, ਨਾਟ ਵੀ ਲੱਗਾ ਹੋਇਆ। ਤਾਂ ਇਹਨਾਂ ਦੇ ਵਿਚਕਾਰ ਤੁਸੀਂ ਬੀਨ ਵਰਡ ਹੈ ਜਿਹੜਾ ਐਡ ਕਰ ਦੇਣਾ। ਬਾਏ ਜਿਹੜਾ ਆਈ ਦਾ ਜਿਹੜਾ ਬਾਏ ਉਹ ਸਾਡੇ ਕੋਲੇ ਐਂਡ ਦੇ ਉੱਤੇ ਮੀ ਬਣ ਜਾਣਾ। ਕਾਈਟਸ ਹੈਵ ਨਾਟ ਬੀਨ ਲਾਈਕਡ ਬਾਏ ਮੀ। ਹੈਵ ਯੂ ਟੇਕਨ ਟੀ? ਤਾਂ ਇਹਦੇ ਵਿੱਚ ਹੈਜ਼, ਕਿਉਂਕਿ ਟੀ ਹੈ, ਟੀ ਦੇ ਨਾਲ ਹੈਜ਼ ਲੱਗਣਾ ਸ਼ੁਰੂ ਤੇ। ਹੈਜ਼ ਟੀ ਨਾਟ ਬੀਨ ਟੇਕਨ ਬਾਏ ਯੂ ਤੇ ਐਂਡ ਦੇ ਉੱਪਰ ਸਾਈਨ ਆਫ ਇੰਟਰੋਗੇਸ਼ਨ। ਅੱਗੇ ਸਾਡੇ ਕੋਲੇ ਜਿਹੜਾ ਟਾਈਪਸ ਹੈ ਉਹ ਆ ਜਾਂਦੀ ਹੈ ਪਾਸਟ ਇੰਡੈਫੀਨਿਟ ਟੈਂਸ। ਤਾਂ ਪਾਸਟ ਇੰਡੈਫੀਨਿਟ ਟੈਂਸ ਹੈ ਬੇਟਾ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਿਰਿਆ ਦੀ ਦੂਜੀ ਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵਾਕ ਦੀ ਜਿਹੜੀ ਬਣਤਰ ਹੁੰਦੀ ਹੈ ਸਬਜੈਕਟ ਜਮਾ ਕਿਰਿਆ ਦੀ ਦੂਜੀ ਫਾਰਮ ਜਮਾ ਆਬਜੈਕਟ। ਤਾਂ ਇਹਨਾਂ ਦੇ ਜਦੋਂ ਪੈਸਿਵ ਵਾਇਸ ਬਣਾਈਦਾ ਤਾਂ ਉਹਦੇ ਵਿੱਚ ਆਬਜੈਕਟ ਬਿਲਕੁਲ ਸਟਾਰਟ ਤੇ ਆਉਣਾ ਹੈ, ਸਬਜੈਕਟ ਬਿਲਕੁਲ ਐਂਡ ਤੇ ਚਲੇ ਜਾਣਾ ਹੈ। ਕਿਉਂਕਿ ਇਹਦੇ ਵਿੱਚ ਕਿਰਿਆ ਦੀ ਦੂਜੀ ਫਾਰਮ ਹੈ ਇਹਨਾਂ ਵਾਕਾਂ ਦੇ ਵਿੱਚ, ਤਾਂ ਅਸੀਂ ਸਿੰਪਲ ਜਿਹੜੇ ਪਹਿਲੇ ਵਾਕ ਕੀਤੇ ਉਹਨਾਂ ਦੇ ਵਿੱਚ ਇਜ਼ ਐਮ ਆਰ ਦੀ ਦੂਜੀ ਫਾਰਮ ਵਾਜ਼ ਹੁੰਦੀ ਹੈ। ਸਿਰਫ ਉਹ ਇਜ਼ ਐਮ ਆਰ ਦੀ ਵਰਤੋਂ ਇਹਦੇ 'ਚ ਨਹੀਂ ਹੋਣੀ, ਕਿਉਂਕਿ ਇਹਦੇ 'ਚ ਸਾਡਾ ਜਿਹੜਾ ਮੁੱਢਲਾ ਵਾਕ ਹੈ ਉਹਦੇ ਵਿੱਚ ਕਿਰਿਆ ਦੀ ਦੂਜੀ ਫਾਰਮ ਲੱਗੀ ਹੈ। ਤਾਂ ਪੈਸਿਵ ਵਾਇਸ ਦੇ ਵਿੱਚ ਵੀ ਇਜ਼ ਐਮ ਆਰ ਦੀ ਦੂਜੀ ਫਾਰਮ ਵਾਜ਼ ਜਾਂ ਵਰ ਦੀ ਵਰਤੋਂ ਕਰਾਂਗੇ। ਆਬਜੈਕਟ ਜਮਾ ਵਾਜ਼ ਵਰ ਜਮਾ ਕਿਰਿਆ ਦੀ ਤੀਜੀ ਫਾਰਮ ਜਮਾ ਬੀ ਵਾਈ ਬਾਏ ਜਮਾ ਸਬਜੈਕਟ ਹੈ ਜਿਹੜੀ ਇਹ ਸਾਡੀ ਟਾਈਪ ਬਣਨੀ ਹੈ ਜਦੋਂ ਅਸੀਂ ਇਹਨਾਂ ਦੀ ਪੈਸਿਵ ਵਾਇਸ ਬਣਾਵਾਂਗੇ। ਅਰਜੁਨ ਸਾਡਾ ਪਹਿਲਾ ਵਾਕ ਹੈ ਅਰਜੁਨ ਸਾ ਏ ਡੀਅਰ। ਤਾਂ ਇਹਦੇ ਵਿੱਚ ਕਿਰਿਆ ਦੀ ਦੂਜੀ ਫਾਰਮ ਸਾ ਲੱਗੀ ਹੋਈ ਹੈ, ਏ ਡੀਅਰ ਅੱਗੇ ਆ ਗਿਆ। ਡੀਅਰ ਜਿਹੜਾ ਇੱਕ ਵਚਨ ਹੈ ਇਹਦੇ ਕਰਕੇ ਇਸ ਕਰਕੇ ਇਹਦੇ ਨਾਲ ਵਾਜ਼ ਲੱਗੇਗਾ। ਏ ਡੀਅਰ ਵਾਜ਼ ਸੀਨ ਤੀਜੀ ਫਾਰਮ ਸੀ ਸਾ ਸੀਨ ਬਾਏ ਅਰਜੁਨ। ਆਈ ਡਿਡ ਨਾਟ ਲਾਈਕ ਕਾਈਟਸ। ਤਾਂ ਕਾਈਟਸ ਜਿਹੜਾ ਆਬਜੈਕਟ ਹੈ ਸਾਡਾ ਸਟਾਰਟਿੰਗ ਤੇ ਆ ਜਾਏਗਾ। ਕਾਈਟਸ ਜਿਹੜੇ ਬਹੁਵਚਨ ਨੇ ਇਸ ਕਰਕੇ ਵਾਜ਼ ਜਾਂ ਵਰ ਦੇ ਵਿੱਚੋਂ ਵਰ ਲੱਗੇਗਾ ਤੇ ਨਾਟ ਨਾਲ ਲੱਗਣਾ ਹੀ ਲੱਗਣਾ ਹੈ। ਲਾਈਕ ਦੀ ਤੀਜੀ ਫਾਰਮ ਲਾਈਕਡ ਹੋ ਗਈ, ਬੀ ਵਾਈ ਬਾਏ ਲੱਗਣਾ ਤੇ ਆਈ ਦੀ ਜਿਹੜੀ ਚੇਂਜ ਹੈ ਟਰਾਂਸਫੋਰਮੇਸ਼ਨ ਆਈ ਨੇ ਮੀ ਦੇ ਵਿੱਚ ਟਰਾਂਸਫਾਰਮ ਹੋ ਜਾਣਾ। ਕਾਈਟਸ ਵਰ ਨਾਟ ਲਾਈਕਡ ਬਾਏ ਮੀ। ਡਿਡ ਯੂ ਟੇਕ ਟੀ? ਡਿਡ ਯੂ ਟੇਕ ਟੀ? ਤਾਂ ਇਹਦੇ ਵਿੱਚ ਸਾਡੇ ਕੋਲੇ ਟੀ ਹੈ ਜਿਹੜੀ ਉਹ ਇੱਕ ਵਚਨ ਹੈ, ਉਹਦੇ ਨਾਲ ਵਾਜ਼ ਲੱਗਣਾ ਹੈ। ਵਾਜ਼ ਟੀ ਟੇਕਨ ਬਾਏ ਯੂ ਐਂਡ ਐਂਡ ਦੇ ਉੱਪਰ ਸਾਈਨ ਆਫ ਇੰਟਰੋਗੇਸ਼ਨ ਹੈ। ਅੱਗੇ ਜਿਹੜੇ ਸਾਡੇ ਕੋਲੇ ਵਾਕ ਨੇ ਉਹ ਹੈਗੇ ਨੇ ਪਾਸਟ ਕੰਟੀਨਿਊਸ ਟੈਂਸ। ਤਾਂ ਪਾਸਟ ਕੰਟੀਨਿਊਸ ਟੈਂਸ ਹੈ ਜਿਹੜਾ ਉਹਨਾਂ ਵਾਕਾਂ ਦੇ ਵਿੱਚ ਵਾਜ਼ ਵਰ ਦੇ ਨਾਲ ਕਿਰਿਆ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਦੀ ਵਰਤੋਂ ਹੁੰਦੀ ਹੈ। ਤਾਂ ਅਸੀਂ ਇਸ ਤਰ੍ਹਾਂ ਦੇ ਜਿਹੜੇ ਵਾਕ ਹੁੰਦੇ ਨੇ ਉਹਨਾਂ ਦੀ ਪੈਸਿਵ ਵਾਇਸ ਬਣਾਉਣ ਦੇ ਲਈ ਅਸੀਂ ਆਬਜੈਕਟ ਸ਼ੁਰੂ ਤੇ ਆ ਜਾਏਗਾ ਜਮਾ ਵਾਜ਼ ਜਾਂ ਵਰ ਜਮਾ ਬੀਇੰਗ ਜਮਾ ਕਿਰਿਆ ਦੀ ਤੀਜੀ ਫਾਰਮ ਜਮਾ ਬਾਏ ਜਮਾ ਸਬਜੈਕਟ ਐਂਡ ਦੇ ਉੱਪਰ ਆ ਜਾਣਾ। ਜਿਵੇਂ ਸਾਡੇ ਕੋਲੇ ਪਹਿਲਾ ਵਾਕ ਹੈ ਪਾਰਥ ਵਾਜ਼ ਪਲੇਇੰਗ ਏ ਵਾਇਲਨ। ਤਾਂ ਇਹ ਵਾਇਲਨ ਹੈ ਜਿਹੜਾ ਸ਼ੁਰੂ ਤੇ ਚੱਲ ਜਾਏਗਾ। ਵਾਜ਼ ਇਹਦੇ ਨਾਲ ਲੱਗਿਆ ਹੀ ਹੋਇਆ, ਵਾਜ਼ ਹੀ ਲੱਗਣਾ ਕਿਉਂਕਿ ਇਹ ਸਿੰਗੂਲਰ ਹੈ, ਵਾਜ਼ ਹੀ ਲੱਗਣਾ, ਵਰ ਨਹੀਂ ਲੱਗ ਸਕਦਾ, ਬਹੁਵਚਨ ਨਹੀਂ ਹੈ। ਇਹ ਵਾਇਲਨ ਵਾਜ਼ ਬੀਇੰਗ ਲੱਗਣਾ ਆਪਣੇ ਕੋਲੋਂ ਲਾਉਣਾ ਅਸੀਂ। ਪਲੇ ਦੀ ਤੀਜੀ ਫਾਰਮ ਪਲੇਡ ਬਾਏ ਪਾਰਥ। ਸੈਕੰਡ ਜਿਹੜਾ ਸੈਂਟੈਂਸ ਹੈ ਉਹ ਸਾਡਾ ਹੀ ਵਾਜ਼ ਨਾਟ ਈਟਿੰਗ ਐਪਲਸ। ਤਾਂ ਐਪਲਸ ਹੈ ਜਿਹੜਾ ਉਹ ਸਾਡਾ ਆਬਜੈਕਟ ਹੈ ਉਹ ਸਟਾਰਟਿੰਗ ਤੇ ਚਲੇ ਜਾਣਾ। ਹੀ ਹੈ ਜਿਹੜਾ ਉਹ ਐਂਡ ਦੇ ਉੱਪਰ ਹਿਮ ਦੇ ਵਿੱਚ ਜਿਹੜਾ ਚੇਂਜ ਹੋ ਜਾਣਾ। ਤਾਂ ਐਪਲਸ ਵਰ ਨਾਟ ਬੀਇੰਗ ਈਟਨ ਬਾਏ ਹਿਮ। ਈਟ ਦੀ ਤੀਜੀ ਫਾਰਮ ਈਟਨ, ਵਰ ਨਾਟ ਲੱਗ ਗਿਆ, ਐਪਲਸ ਹੈ ਕਿਉਂਕਿ ਬਹੁਵਚਨ ਹੈ ਉਹਦੇ ਨਾਲ ਵਰ ਲੱਗ ਗਿਆ, ਨਾਲ ਨਾਟ ਲੱਗ ਗਿਆ। ਬੀਇੰਗ ਅਸੀਂ ਆਪਦੇ ਕੋਲੋਂ ਲਾਉਣਾ ਕਿਉਂਕਿ ਆਈਐਨਜੀ ਕਿਰਿਆ ਦੀ ਪਹਿਲੀ ਫਾਰਮ ਨਾਲ ਲੱਗੀ ਹੋਈ ਹੈ। ਈਟ ਦੀ ਤੀਜੀ ਫਾਰਮ ਈਟਨ, ਬਾਏ ਅਸੀਂ ਲਾਉਣਾ ਹੀ ਲਾਉਣਾ ਐਂਡ ਦੇ ਉੱਪਰ ਹੀ ਦੀ ਜਿਹੜੀ ਟਰਾਂਸਫਾਰਮ ਹੋ ਕੇ ਹੀ ਨੇ ਹਿਮ ਰੂਪ ਦੇ ਵਿੱਚ ਇੱਥੇ ਵਰਤਿਆ ਜਾਣਾ। ਵਰ ਯੂ ਟੇਕਿੰਗ ਟੀ? ਤਾਂ ਟੀ ਜਿਹੜੀ ਹੈ ਉਹ ਸਟਾਰਟਿੰਗ ਤੇ ਆ ਜਾਣੀ ਹੈ, ਯੂ ਜਿਹੜਾ ਐਂਡ ਤੇ ਚਲੇ ਜਾਣਾ ਹੈ। ਤਾਂ ਟੀ ਕਿਉਂਕਿ ਸਿੰਗੂਲਰ ਹੈ ਇਸ ਕਰਕੇ ਇਹਦੇ ਨਾਲ ਵਾਜ਼ ਲੱਗੇਗਾ। ਵਾਜ਼ ਟੀ ਬੀਇੰਗ ਟੇਕਨ ਬਾਏ ਯੂ। ਵਾਜ਼ ਟੀ ਆਬਜੈਕਟ ਆ ਗਿਆ, ਬਾਏ ਯੂ ਐਂਡ ਦੇ ਉੱਪਰ ਸਬਜੈਕਟ ਸਾਡਾ ਚਲੇ ਗਿਆ। ਟੇਕ ਦੀ ਤੀਜੀ ਫਾਰਮ ਟੇਕਨ ਚਲੀ ਗਈ। ਆਈਐਨਜੀ ਕਿਉਂਕਿ ਕਿਰਿਆ ਦੀ ਪਹਿਲੀ ਫਾਰਮ ਨਾਲ ਆਈਐਨਜੀ ਲੱਗਿਆ ਹੋਣ ਕਰਕੇ ਅਸੀਂ ਇੱਥੇ ਬੀਇੰਗ ਦੀ ਜਿਹੜੀ ਹੈ ਉਹ ਵਰਤੋਂ ਕੀਤੀ। ਦੇਖਿਆ ਕਿ ਅਸੀਂ ਕੁਝ ਟਾਈਪਸ ਹੈ ਜਿਹੜੀਆਂ ਚੇਂਜ ਆਫ ਵੌਇਸ ਦੀਆਂ ਕੀਤੀਆਂ ਨੇ।
ਬਾਕੀ ਦੀਆਂ ਜਿਹੜੀਆਂ ਟਾਈਪਸ ਨੇ ਉਹਨਾਂ ਦੇ ਲਈ ਅਸੀਂ ਅਗਲੀ ਜਿਹੜੀ ਸਾਡੀ ਇਹ ਪ੍ਰੈਜੈਂਟੇਸ਼ਨ ਹੋਏਗੀ, ਅਗਲਾ ਜਿਹੜਾ ਸਾਡਾ ਵੀਡੀਓ ਹੋਏਗਾ ਉਹਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਥੈਂਕ ਯੂ ਵਨਸ ਅਗੇਨ।